ਭਾਜਪਾ ਦੇ ਨੇਤਾ ਪਹਿਲੇ ਦਿਨ ਤੋਂ ਹੀ ਕਿਸਾਨ ਵਿਰੋਧੀ ਭਾਸ਼ਣ ਦੇ ਰਹੇ ਸਨ ਅਤੇ ਲਖੀਮਪੁਰ ਖੀਰੀ ਦੇ ਵਿੱਚ ਜੋ ਵਾਪਰਿਆ ਇਹ ਕਿਹਾ ਜਾ ਸਕਦਾ ਹੈ ਕਿ ਇਹ ਉਹਨਾਂ ਭਾਸ਼ਣਾਂ ਦੀ ਹੀ ਦੇਣ ਹੈ ਜਦੋਂ ਸ਼ਰੇਆਮ ਸਟੇਜਾਂ ਤੋਂ ਇਹ ਕਿਹਾ ਜਾਵੇ ਕਿ ਜਿਹੜੇ ਵਿਰੋਧ ਕਰਨਗੇ ਉਹਨਾਂ ਨਾਲ ਦੇਖਿਆ ਜਾਏਗਾ। ਲਖੀਮਪੁਰ ਖੀਰੀ ਦੇ ਵਿੱਚ ਜੋ ਵਾਪਰਿਆ ਅਤੀ ਦਰਦਨਾਕ ਸੀ। ਭਾਜਪਾ ਨੇਤਾ ਦੇ ਮੁੰਡੇ ਦੀ ਚੜ੍ਹਾਈ ਗੱਡੀ ਕਰਕੇ 4 ਕਿਸਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪੱਤਰਕਾਰ ਦੀ ਲਾਸ਼ ਵੀ ਬਰਾਮਦ ਹੋਈ ਹੈ। ਅਸਲ ਦੇ ਵਿੱਚ ਇਸ ਤੋਂ ਬਾਅਦ ਭੀੜ ਹਿੰਸਕ ਹੋ ਗਈ ਅਤੇ 4 ਹੋਰ ਲੋਕਾਂ ਦੀ ਮੌਤ ਹੋ ਗਈ ਜਿਹੜੇ ਕਿ ਬੀਜੇਪੀ ਦੇ ਸਮਰਥਕ ਦੱਸੇ ਜਾ ਰਹੇ ਨੇ। ਪੂਰੇ ਦੇਸ਼ ਭਰ ਦੇ ਵਿੱਚ ਇਸ ਘਟਨਾ ਦੇ ਵਿਰੋਧ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਅਤੇ ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਅਤੇ ਕਿਸਾਨ ਆਗੂਆਂ ਵੱਲੋਂ ਸਾਰੇ ਦੇਸ਼ ਦੇ ਵਿੱਚ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਣਾ ਹੈ। ਅਸਲ ਦੇ ਵਿੱਚ ਰਕੇਸ਼ ਟਕੈਤ ਉੱਥੇ ਪਹੁੰਚੇ ਹੋਏ ਨੇ। ਉਹਨਾਂ ਦੇ ਸਮੇਤ ਦੇਸ਼ ਦੇ ਹੋਰ ਵੱਡੇ ਗਏ ਕਿਸਾਨ ਆਗੂ ਲਖੀਮਪੁਰ ਖੀਰੀ ਲਗਾਤਾਰ ਪਹੁੰਚ ਰਹੇ ਨੇ ਅਤੇ ਉਹ ਵੀ ਲੋਕ ਪਹੁੰਚ ਰਹੇ ਨੇ ਜਿਹੜੇ ਕਿਸਾਨਾਂ ਦੇ ਸਮਰਥਕ ਨੇ ਜਾਂ ਫਿਰ ਕਿਸਾਨ ਅੰਦੋਲਨ ਨੂੰ ਪ੍ਰਣਾਏ ਹੋਏ ਨੇ। ਉੱਥੇ ਕੀ ਹੋਇਆ ਸੀ, ਕੀ ਵਾਪਰਿਆ ਸੀ, ਇਹਦੇ ਤੇ ਬਾਅਦ ਦੇ ਵਿੱਚ ਜਾਵਾਂਗੇ। ਪਰ ਇਸ ਘਟਨਾ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਖੱਟਰ ਸਰਕਾਰ ਅਤੇ ਭਾਜਪਾ ਨੂੰ ਵੰਗਾਰਿਆ ਹੈ। ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ। बीजेपी का असली चेहरा सामने आ गया है कि ये दंगई लोग हैं। ये पूरा देश को समझने की जरूरत है कि ये दंगई लोग हैं जो सरेआम लोगों को लट उठाने के लिए तैयार कर रहे हैं। ये तो अब तक हमने भी नहीं काम किया। जो ये कर रहे हैं ये तो हमें कहते हैं ना ये दंगे कराते हैं। ये तो हमने भी नहीं कहा भी लट उठा लो उनके खिलाफ। हम कह रहे हैं इनसे पिटो, ये कह रहे हैं इनको पिटो, लट उठा लो। और शर्मनाक है, इस पे मुख्यमंत्री के ऊपर मुकदमा दर्ज बनता है। मुख्यमंत्री के ऊपर मुकदमा दर्ज किया जाए और इसको इस्तीफा देना चाहिए। मुख्यमंत्री काबिल नहीं है, ये मुख्यमंत्री की भाषा नहीं है। और दूसरी बात हम और बता देना चाहते हैं, खट्टर साहब किसी चक्कर में मत रहना। तरीक रख ले, अपने गुंडों को भी ले आना, तरीक रख ले कि किस दिन भिड़ना है। उस दिन आप भी अपने गुंडे तैयार कर लो और हम भी अपने किसानों को तैयार कर लेंगे। एक दिन ही निबेड़ ले तू। और याद रखना, हम पहले वार नहीं करते, कभी नहीं करेंगे पहले वार। लेकिन अगर आपके लोगों ने वार कर दिया ना तो फिर सोच लेना ईंट का जवाब पत्थर से मिलेगा। किसी और चक्कर में मत रहना, तेरा पंगा गलत जगह पड़ा हुआ है। पहले हम हाथ नहीं उठाएंगे, पहले हम बिल्कुल वार नहीं करेंगे, हम कोई हमला नहीं करेंगे। पहले करिए अपने गुंडे तैयार, करिए अपना सब कुछ तैयार, हम पहले बिल्कुल हाथ नहीं उठाएंगे। लेकिन अगर एक बार भी आपके गुंडों ने कहीं भी हरकत कर दी किसानों से तो याद रखना फिर तुम्हारा जो हाल करेंगे ना, तुम याद रखना, हमें दोष मत देना दोबारा। ईंट का जवाब पत्थर से मिलेगा। और एक बात और सुन लो खट्टर साहब, दूसरे बच्चों को मरवाने की जरूरत नहीं है, लोगों को मरवाने की जरूरत नहीं है, लोगों को बढ़वाने की जरूरत नहीं है। एक पासे आप लठ उठा के आइए, एक पासे मैं लठ उठा के आता हूं। अगर आपने मेरे को हरा दिया तो मैं यूनियन छोड़ दूंगा, आपका गुलाम रहूंगा। और अगर आप हार गए तो आप मुख्यमंत्री का पद छोड़ देना, हमारी बातें मान लेना। बस फैसला यहीं पे हो जाए। क्यों लोगों से आप लट उठवाते हो, क्यों हमारे से उठवाते हो? यहीं पे निपट जाएगा फैसला सीधा। और आप और हम टकरा लेते हैं। और मैसेज भेज देना, मेरा नंबर आपके पास होगा, मैसेज भेज देना। जब आपका दिल करे तब आ जाना, स्टेज लगवा देना, सबके सामने डंडा बजाएंगे, खुले मैदान में बजाएंगे। चैलेंज है मेरा आपको। ਇਸ ਵੇਲੇ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਸਮੇਤ ਹੋਰਨਾਂ ਇਲਾਕਿਆਂ ਦੇ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਤਾਜ਼ਾ ਖਬਰਾਂ ਦੇ ਮੁਤਾਬਕ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਸਾਰੇ ਲੋਕਾਂ ਨੂੰ ਸ਼ਾਂਤੀ ਤੇ ਅਮਨ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉੱਥੇ ਇਹ ਵੀ ਪਤਾ ਲੱਗਿਆ ਹੈ ਕਿ ਯੂਪੀ ਦੇ ਵਿੱਚ ਅਖਿਲੇਸ਼ ਯਾਦਵ ਨੂੰ ਵੀ ਲਖੀਮਪੁਰ ਖੀਰੀ ਜਾਣ ਤੋਂ ਰੋਕ ਦਿੱਤਾ ਹੈ ਅਤੇ ਅਖਿਲੇਸ਼ ਯਾਦਵ ਇਸ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਆਪਣੇ ਘਰ ਦੇ ਬਾਹਰ ਹੀ ਧਰਨੇ ਤੇ ਬੈਠ ਗਏ ਸਨ। ਤਾਜ਼ਾ ਖਬਰਾਂ ਦੇ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਮੰਤਰੀ ਦੇ ਮੁੰਡੇ ਅਜੇ ਮਿਸ਼ਰਾ ਦੇ ਪੁੱਤਰ ਉੱਤੇ ਵੀ ਹੱਤਿਆ ਦਾ ਕੇਸ ਦਰਜ ਹੋ ਗਿਆ ਹੈ। ਉਧਰ ਦੂਜੇ ਪਾਸੇ ਕਿਸਾਨ ਆਗੂ ਰਕੇਸ਼ ਟਕੈਤ ਨੇ ਕਿਹਾ ਕਿ ਜਦੋਂ ਤੱਕ ਮੰਤਰੀ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਤੇ ਉਹਦੇ ਮੁੰਡੇ ਉੱਤੇ ਆਸ਼ੀਸ਼ ਮਿਸ਼ਰਾ ਉੱਤੇ ਕੇਸ ਨਹੀਂ ਦਰਜ ਹੁੰਦਾ ਤਾਂ ਉਦੋਂ ਤੱਕ ਲਾਸ਼ਾਂ ਦਾ ਸੰਸਕਾਰ ਨਹੀਂ ਕੀਤਾ ਜਾਊਗਾ। ਤਾਜ਼ਾ ਖਬਰਾਂ ਦੇ ਮੁਤਾਬਕ ਪਤਾ ਇਹ ਵੀ ਲੱਗਿਆ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਟੋਨੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ ਉੱਤੇ ਕਤਲ, ਅਪਰਾਧਿਕ ਸਾਜ਼ਿਸ਼ ਅਤੇ
ਹੋਰਨਾਂ ਘਟਨਾਵਾਂ ਦਾ ਕੇਸ ਦਰਜ ਕੀਤਾ ਗਿਆ। ਇਹ ਕੇਸ ਬਹਿਰਾਈਚ ਦੇ ਨਾਨਪਾਰਾ ਦੇ ਰਹਿਣ ਵਾਲੇ ਜਗਜੀਤ ਸਿੰਘ ਦੀ ਤਹਿਰੀਰ ਉੱਤੇ ਤਿਕੁਨੀਆਂ ਥਾਣੇ ਦੇ ਵਿੱਚ ਦਰਜ ਕੀਤਾ ਗਿਆ। ਦੱਸਿਆ ਇਹ ਵੀ ਜਾ ਰਿਹਾ ਕਿ ਉਧਰ ਦੂਜੇ ਪਾਸੇ ਬਹੁਤ ਸਾਰੇ ਵਿਰੋਧੀ ਧਿਰ ਦੇ ਆਗੂ ਜਿਨ੍ਹਾਂ ਦੇ ਵਿੱਚ ਕਾਂਗਰਸੀ ਨੇਤਾ ਪ੍ਰਮੋਦ ਤਿਵਾਰੀ, ਸਲਮਾਨ ਖੁਰਸ਼ੀਦ, ਆਰਾਧਨਾ ਮਿਸ਼ਰਾ, ਸ਼ਿਵਪਾਲ ਯਾਦਵ ਸ਼ਾਮਲ ਹੈ, ਅਖਿਲੇਸ਼ ਯਾਦਵ ਸ਼ਾਮਲ ਹੈ ਜਾਂ ਪ੍ਰਿਯੰਕਾ ਗਾਂਧੀ ਸ਼ਾਮਲ ਹੈ, ਤਾਂ ਉਹਨਾਂ ਨੂੰ ਪਹਿਲਾਂ ਹੀ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਲਖਨਊ ਦੇ ਵਿੱਚ ਵੀ ਹਿੰਸਾ ਹੋਈ ਸੀ। ਭੀੜ ਨੇ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਲਾ ਦਿੱਤੀ ਸੀ। ਤੇ ਹੁਣ ਗੱਲ ਕਰਦੇ ਹਾਂ ਕਿ ਘਟਨਾ ਦਾ ਕਾਰਨ ਕੀ ਬਣਿਆ। ਅਸਲ ਦੇ ਵਿੱਚ ਬਹੁਤੇ ਆਜ਼ਾਦ ਪੱਤਰਕਾਰ ਤੇ ਮੀਡੀਆ ਅਦਾਰੇ ਇਸ ਦੁਖਦਾਈ ਘਟਨਾ ਦਾ ਕਾਰਨ ਬੀਜੇਪੀ ਦੇ ਮੰਤਰੀਆਂ ਨੂੰ ਹੀ ਮੰਨਦੇ ਨੇ। ਹੋਇਆ ਕਿ ਬੀਜੇਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਇਸ ਇਲਾਕੇ ਦਾ ਦੌਰਾ ਕਰਨਾ ਸੀ, ਜਿੱਥੇ ਕਿ ਤਿਕੋਨੀਆਂ ਬਨਵੀਰਪੁਰ ਮਾਰਗ ਦੇ ਉੱਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਦਾ ਵਿਰੋਧ ਪ੍ਰਦਰਸ਼ਨ ਹੋਣ ਲੱਗ ਪਿਆ ਸੀ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬੀਜੇਪੀ ਦੇ ਕੁਝ ਨੇਤਾ ਉਕਸਾਹਟ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਇੱਥੇ ਹਿੰਸਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੇਸ਼ਵ ਪ੍ਰਸਾਦ ਮੌਰੀਆ ਦੇ ਬਨਵੀਰਪੁਰ ਦੌਰੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਜਿਹੜਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਖੀਰੀ ਤੋਂ ਸੰਸਦ ਮੈਂਬਰ ਅਜੇ ਕੁਮਾਰ ਮਿਸ਼ਰਾ ਦਾ ਜੱਦੀ ਪਿੰਡ ਵੀ ਹੈ। ਇੱਥੇ ਹੀ ਕਿਸਾਨਾਂ ਉੱਤੇ 2 SUV ਚੜ੍ਹਾ ਦਿੱਤੀਆਂ ਗਈਆਂ ਤੇ ਉਸੇ ਘਟਨਾ ਤੋਂ ਬਾਅਦ 4 ਕਿਸਾਨਾਂ ਦੀ ਮੌਤ ਹੋ ਗਈ। ਫਿਰ ਜਦੋਂ ਹਿੰਸਾ ਹੋਈ ਤਾਂ ਉਸ ਹਿੰਸਾ ਦੇ ਵਿੱਚ 4 ਹੋਰ ਲੋਕਾਂ ਦੀ ਮੌਤ ਹੋ ਗਈ। ਪਤਾ ਇਹ ਵੀ ਲੱਗਿਆ ਕਿ ਇੱਕ ਪੱਤਰਕਾਰ ਦੀ ਵੀ ਮੌਤ ਹੋਈ ਹੈ। ਹੁਣ ਉਸ ਤੋਂ ਬਾਅਦ ਸਮਾਜਵਾਦੀ ਪਾਰਟੀ, ਰਾਸ਼ਟਰੀ ਲੋਕ ਦਲ, ਭਾਰਤੀ ਕਿਸਾਨ ਯੂਨੀਅਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਇਸ ਘਟਨਾ ਦੇ ਲਈ ਭਾਜਪਾ ਅਤੇ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਉੱਤੇ ਦੋਸ਼ ਲਾਇਆ ਹੈ। ਰਾਕੇਸ਼ ਟਕੈਤ ਵੀ ਉੱਥੇ ਪਹੁੰਚੇ ਨੇ ਤੇ ਰਾਕੇਸ਼ ਟਕੈਤ ਨੇ ਕਈ ਮੰਗਾਂ ਰੱਖੀਆਂ ਨੇ। ਉਧਰ ਦੂਜੇ ਪਾਸੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਬੇਸ਼ੱਕ ਕਿਹਾ ਸੀਗਾ ਕਿ ਘਟਨਾ ਵੇਲੇ ਉਹਨਾਂ ਦਾ ਪੁੱਤਰ ਮੌਕੇ ਤੇ ਮੌਜੂਦ ਨਹੀਂ ਸੀ, ਪਰ ਤਾਜ਼ਾ ਖਬਰਾਂ ਦੇ ਮੁਤਾਬਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਉੱਤੇ ਕਤਲ ਅਤੇ ਸਾਜ਼ਿਸ਼ ਦਾ ਕੇਸ ਦਰਜ ਹੋ ਗਿਆ, ਜਿਹਦੇ ਵਿੱਚ 14 ਹੋਰ ਜਣਿਆਂ ਨੂੰ ਵੀ ਸ਼ਾਮਲ ਕੀਤਾ ਗਿਆ।